देखो जिद्दां कि आपां हुण कल डिस्कस कीता कि ਜਿਹੜੇ ਨਿਊਟਨ ਆਪਾਂ ਜਿਹੜੇ ਪਲੱਸ 1 ਵਿੱਚ ਫੋਰਸਿਸ ਪੜ੍ਹੀਆਂ, ਠੀਕ ਆ। ਫਸਟ ਹੈ ਨਿਊਟਨ ਸੈਕਿੰਡ ਲਾਅ, ਦੈਨ ਆਪਾਂ ਗ੍ਰੈਵੀਟੇਸ਼ਨ ਫੋਰਸ ਪੜ੍ਹੀ, ਦੈਨ ਸਪਰਿੰਗ ਫੋਰਸ, ਠੀਕ ਆ। ਔਰ ਜਦੋਂ ਇਹ ਫੋਰਸਾਂ ਪੜ੍ਹ ਲਈਆਂ ਗਈਆਂ, ਜਿਹੜੇ ਵਿਗਿਆਨਿਕ ਸੀ ਜਾਂ ਕਾਫੀ ਜਿਹੜੇ ਰਿਸਰਚ ਵਿੱਚ ਬੰਦੇ ਸੀ ਉਹ ਇਹ ਸਮਝਦੇ ਸੀ ਕਿ ਹੁਣ ਇਸ ਤੋਂ ਅੱਗੇ ਕੁਛ ਵੀ ਜਿਹੜੀ ਡਿਸਕਵਰੀ ਨਹੀਂ ਹੋ ਸਕਦੀ, ਜਿਹੜੀ ਫਿਜ਼ਿਕਸ ਆ ਇੱਥੇ ਸਮਾਪਤ ਆ, ਠੀਕ ਆ। ਬਟ ਹੋਇਆ ਕੀ, ਇੱਕ ਅਜਿਹੀ ਘਟਨਾ ਵਾਪਰੀ ਜਿਹਨੇ ਸਭ ਕੁਛ ਬਦਲ ਕੇ ਰੱਖਤਾ। ਉਹ ਕਿਹੜੀ ਘਟਨਾ ਸੀ? ਦੇਖੋ ਆਹ ਪੈਨ ਆ, ਇਹਨੂੰ ਆਪਣੇ ਜਿਹੜੇ ਸਿਰ ਦੇ ਵਾਲ ਆ ਉਹਦੇ ਵਿੱਚ ਆਪਾਂ ਰੱਬ ਕੀਤਾ। ਜਦੋਂ ਮੈਂ ਇਹਨੂੰ ਰੱਬ ਕੀਤਾ ਤੇ ਮੈਂ ਇਹਨੂੰ ਇੱਥੇ ਏਦਾਂ ਚੱਕਿਆ ਤੇ ਇਹਦੇ ਨਾਲ ਕੀ ਹੋਇਆ? ਦੇਖੋ ਇਹ ਕਾਗਜ਼ ਜਿਹੜਾ ਇਹਦੇ ਨਾਲ ਲੱਗ ਗਿਆ। ਮੈਂ ਫੇਰ ਦੁਬਾਰਾ ਕਰਕੇ ਤੁਹਾਨੂੰ ਆਹ ਇੱਕ ਕੀ ਆ, ਪੇਪਰ ਆ ਛੋਟਾ ਜਿਹਾ, ਆਹ ਪੈਨ ਆ, ਇਹ ਮੈਂ ਆਪਣੇ ਵਾਲ ਨਾਲ ਰੱਬ ਕੀਤਾ ਤੇ ਫੇਰ ਇਹਨੂੰ ਮੈਂ ਏਦਾਂ ਚੱਕਿਆ। 2 ਮਿੰਟ ਮੈਂ ਕਰਕੇ ਦਿਖਾਉਣਾ ਤੁਹਾਨੂੰ ਇਹਨੂੰ। ਬੇਸਿਕਲੀ ਤੇਲ ਲੱਗਾ ਵਾਲਾਂ ਨੂੰ, ਜੇ ਆਪਾਂ ਏਦਾਂ ਕਰੀਏ ਤਾਂ ਹੋਰ ਪੈਨ ਲੈ ਕੇ ਤਾਂ ਦੇਖੋ, ਆਹ ਦੇਖੋ, ਠੀਕ ਆ। ਹੁਣ ਜਿਹੜਾ ਪੈਨ ਤੇ ਕਾਗਜ਼ ਆ ਇਹਦੇ ਵਿਚਕਾਰ ਜਿਹੜੀ ਫੋਰਸ ਆ ਫਿਰ ਉਹ ਕਿਹੜੀ ਹੋਈ? ਜੇ ਪੈਨ ਦੇ ਅਤੇ ਕਾਗਜ਼ ਦੇ ਵਿਚਕਾਰ ਫੋਰਸ ਜਿਹੜੀ ਹੈ, ਜੇ ਆਪਾਂ ਕਹੀਏ ਉਹਨੂੰ ਗ੍ਰੈਵੀਟੇਸ਼ਨ ਫੋਰਸ ਆ, ਠੀਕ ਆ। ਲੈਟ ਅਸ ਸਪੋਜ਼ ਕਿ ਇਹਦੀ ਗ੍ਰੈਵੀਟੇਸ਼ਨ ਫੋਰਸ ਆ, ਤਾਂ ਇਹ ਜਿਹੜੀ ਗ੍ਰੈਵੀਟੇਸ਼ਨ ਫੋਰਸ ਆ ਉਹ ਤਾਂ ਬਹੁਤ ਘੱਟ ਆ ਐਜ਼ ਕੰਪੇਅਰ ਟੂ ਧਰਤੀ ਤੇ ਕਾਗਜ਼ ਦੇ ਫੋਰਸ ਨਾਲੋਂ, ਗ੍ਰੈਵੀਟੇਸ਼ਨ ਫੋਰਸ ਨਾਲੋਂ। ਸੋ ਇਹ ਜਿਹੜੀ ਫੋਰਸ ਆ ਇਹ ਕਿਹੜੀ ਹੋਈ? ਫਿਰ ਲੋਕੀ ਇਹਦੇ ਬਾਰੇ ਸੋਚਣ ਲੱਗੇ। ਸੋ ਇਹ ਪਾਇਆ ਕੀ ਗਿਆ ਕਿ ਜਿਹੜੀ ਇਹ ਫੋਰਸ ਆ ਇਹਨੂੰ ਆਪਾਂ ਕਹਿੰਦੇ ਆ ਇਲੈਕਟ੍ਰੋਸਟੈਟਿਕ ਫੋਰਸ। ਇਲੈਕਟ੍ਰੋਸਟੈਟਿਕ ਦਾ ਮਤਲਬ ਕੀ ਆ ਕਿ ਜਦੋਂ ਮੈਂ ਜਿਹੜਾ ਪੈਨ ਆ, ਪੈਨ ਨੂੰ ਆਪਣੇ ਬਾਲ ਨਾਲ ਰਗੜਿਆ, ਇਸ ਪੈਨ ਦੇ ਵਿੱਚ ਜਿਹੜੇ ਚਾਰਜ ਆ ਉਹ ਆ ਗਿਆ। ਪਹਿਲਾਂ ਇਹ ਅਨਚਾਰਜ ਸੀ, ਫਿਰ ਚਾਰਜ ਹੋ ਗਿਆ। ਉਸ ਚਾਰਜ ਨੇ ਕੀ ਕੀਤਾ ਕਿ ਜਿਹੜਾ ਇਹ ਪੇਪਰ ਆ, ਜਿਹੜਾ ਛੋਟਾ ਜਿਹਾ ਪੇਪਰ ਜਿਹੜੇ ਨਾਲ ਚਿਪਕ ਗਿਆ ਆ, ਇਹਨੂੰ ਉਹਨੇ ਕੀ ਕਰਤਾ? ਪੋਲਰਾਈਜ਼ ਕਰਤਾ। ਪੋਲਰਾਈਜ਼ ਆਪਾਂ ਅੱਗੇ ਪੜ੍ਹਨੀ, ਪੋਲਰਾਈਜ਼ ਹੈ ਕੀ ਆ, ਠੀਕ ਆ। ਫਿਰ ਪੋਜ਼ਿਟਿਵ ਚਾਰਜ ਤੇ ਨੈਗੇਟਿਵ ਚਾਰਜ ਆਪਸ ਵਿੱਚ ਕੰਬਾਈਨ ਹੋ ਗਿਆ। ਉਹਦੇ ਨਾਲ ਦੇਖੋ ਇਹ ਦੇਖੋ ਜੁੜ ਗਿਆ, ਇੱਦਾਂ ਜੁੜ ਗਿਆ ਇਹ, ਠੀਕ ਆ। ਆਹ ਦੇਖੋ ਹੁਣ ਇੱਥੇ ਆ। ਸੋ ਇਹ ਜਿਹੜੀ ਸੀਗੀ ਚੀਜ਼, ਇਹਨੂੰ ਡਿਫਾਈਨ ਕੀਤਾ, ਠੀਕ ਹੈ, ਇੱਕ ਲਾਅ ਨੇ ਜਿਹਨੂੰ ਆਪਾਂ ਕਹਿੰਦੇ ਕੂਲਮਸ ਲਾਅ। ਕੂਲਮਸ ਲਾਅ ਕੀ ਕਹਿੰਦਾ ਹੈ? ਕਹਿੰਦਾ ਜਿਹੜੀ ਦੋ ਚਾਰਜ ਮੰਨ ਲਓ, ਹੁਣ ਕੀ ਹੈ ਕਿ ਮੰਨ ਲਓ ਇੱਕ ਇਹ ਵਾਲਾ ਚਾਰਜ ਆ ਮੇਰਾ, ਠੀਕ ਆ, ਇੱਕ ਇਹ ਵਾਲਾ ਚਾਰਜ ਹੈ, ਇੱਕ ਇਹ ਵਾਲਾ ਚਾਰਜ ਹੈ। ਇਹ ਦੋ ਚਾਰਜ ਲਏ ਮੈਂ, ਇਹਨਾਂ ਦੋਵਾਂ ਚ ਇਹ ਕਿਊ ਚਾਰਜ ਇੱਥੇ ਆ, ਕਿਊ ਚਾਰਜ ਇੱਥੇ ਆ, ਠੀਕ ਆ। ਇਹ ਸੈਪਰੇਟ ਹੋਏ ਆ ਡਿਸਟੈਂਸ ਆਰ, ਯਾਨੀ ਆਹ ਜਿਹੜਾ ਡਿਸਟੈਂਸ ਇਹਨਾਂ ਦਾ ਆਰ ਡਿਸਟੈਂਸ ਹੈ। ਤੇ ਇਹਨਾਂ ਦੇ ਵਿਚਕਾਰ ਜਿਹੜੀ ਫੋਰਸ ਹੈ ਉਹ ਕਿੰਨੀ ਹੋਊਗੀ? ਫੋਰਸ ਹੋਊਗੀ 1/4 ਪਾਈ ਐਪਸਿਲਨ ਨੋਟ Q1 Q2 ਬਾਈ ਆਰ ਸਕੁਅਰ, ਠੀਕ ਆ। ਇਹ ਜਿਹੜੀ ਫੋਰਸ ਆ ਇਹ ਇਹਨਾਂ ਦੇ ਵਿਚਕਾਰ ਹੋਵੇਗੀ। ਦੇਖੋ ਇਹ ਜਿਹੜੀ ਫੋਰਸ ਹੈ ਇਹ ਗ੍ਰੈਵੀਟੇਸ਼ਨ ਫੋਰਸ ਦੇ ਨਾਲ ਕਿੱਦਾਂ ਸੰਬੰਧਿਤ ਆ ਕਿ ਉਹ ਜਿਹੜੀ ਗ੍ਰੈਵੀਟੇਸ਼ਨ ਫੋਰਸ ਹੈ, ਗ੍ਰੈਵੀਟੇਸ਼ਨ ਫੋਰਸ ਕੀ ਹੈ? F = G m1 m2 ਬਾਈ ਆਰ ਸਕੁਅਰ। ਦੇਖੋ ਉਹ ਜਿਹੜੀ ਫੋਰਸ ਹੈ ਇਹ ਡਿਊ ਟੂ ਮਾਸ ਹੈ, ਜਿਹੜੀ ਇਹ ਫੋਰਸ ਹੈ ਡਿਊ ਟੂ ਚਾਰਜ ਹੈ। ਸੋ ਇੱਥੇ ਮਾਸ ਦੀ ਜਗ੍ਹਾ ਕੀ ਆ ਗਿਆ? ਆਪਣੇ ਚਾਰਜ ਆ ਗਿਆ। ਔਰ ਇੱਥੇ ਗ੍ਰੈਵੀਟੇਸ਼ਨ ਕੌਨਸਟੈਂਟ G ਆ, ਇੱਥੇ ਗ੍ਰੈਵੀਟੇਸ਼ਨ ਜਿਹੜਾ ਕੌਨਸਟੈਂਟ ਆਪਣਾ 1/4 ਪਾਈ ਐਪਸਿਲਨ ਨੋਟ ਹੈ। ਆਰ ਸੇਮ ਆ। ਸੋ ਜਿਹੜਾ ਇਹ ਸੀ ਇਹ ਗ੍ਰੈਵੀਟੇਸ਼ਨ ਫੋਰਸ ਆਫ ਗ੍ਰੈਵੀਟੇਸ਼ਨ ਲਾਅ ਆ। ਗ੍ਰੈਵੀਟੇਸ਼ਨ ਲਾਅ ਕਿਹੜਾ? ਡਿਊ ਟੂ ਮਾਸ। ਇਹ ਜਿਹੜਾ ਕੂਲਮਸ ਲਾਅ ਇਹ ਕੀ ਆ? ਡਿਊ ਟੂ ਚਾਰਜ, ਯਾਨੀ ਦੇ ਦੋ ਆਪਣੇ ਤੋਂ ਚਾਰਜ ਪਾਰਟੀਕਲਸ ਆ ਤੇ ਉਹਨਾਂ ਦੇ ਵਿਚਕਾਰ ਜਿਹੜੀ ਫੋਰਸ ਆ ਉਹ ਆਪਾਂ ਨੂੰ ਇਹ ਫਾਰਮੂਲਾ ਦੇਵੇਗਾ। ਜਿਹੜੀ ਇਹ ਚੀਜ਼ ਆ F = 1/4 ਪਾਈ ਐਪਸਿਲਨ ਨੋਟ Q1 Q2 ਬਾਈ ਆਰ ਸਕੁਅਰ, ਇਹ ਹੈਗਾ ਮੈਗਨੀਟਿਊਡ। ਮੈਗਨੀਟਿਊਡ ਦਾ ਮਤਲਬ ਸਮਝਦੇ ਆ ਕਿ ਸਿੰਪਲ ਇੱਕ ਵੈਲਿਊ, ਠੀਕ ਆ। ਜੇ ਆਪਾਂ ਇਹਨੂੰ ਵੈਕਟਰ ਫਾਰਮ ਵਿੱਚ ਲਿਖਣਾ ਹੋਵੇ, ਵੈਕਟਰ ਫਾਰਮ ਵਿੱਚ ਦੇਖੋ ਆਹ ਲਿਖਿਆ ਕਿ ਮੰਨ ਲਓ ਆਹ ਮੇਰਾ Q1 ਪਿਆ, ਆਹ ਮੇਰਾ Q2 ਪਿਆ, ਠੀਕ ਹੈ। ਇਹ ਜਿਹੜਾ ਆਰ ਆ ਇਹ ਪੋਜੀਸ਼ਨ ਵੈਕਟਰ ਦਰਸਾਉਂਦਾ ਪਿਆ, Q1 Q2 ਦੇ ਵਿਚਕਾਰ ਪੋਜੀਸ਼ਨ ਵੈਕਟਰ, ਠੀਕ ਹੈ। ਸੋ F21 ਕੀ ਆ ਕਿ ਫੋਰਸ ਔਨ ਚਾਰਜ 2 ਡਿਊ ਟੂ 1 ਦੇਖੋ ਜਿਹੜੀ ਆਹ ਜਿਹੜਾ ਮੇਰਾ ਪੁਆਇੰਟ ਆ, ਜਿਹੜਾ Q1 ਚਾਰਜ ਆ, ਇਹ ਇੱਥੇ ਕਿੰਨੀ ਫੋਰਸ ਲਾ ਰਿਹਾ? ਉਹ ਆ 1/4 ਪਾਈ ਐਪਸਿਲਨ ਨੋਟ Q1 Q2 1/r ਸਕੁਅਰ। ਕਿੱਧਰ ਨੂੰ ਫੋਰਸ ਲਾ ਰਿਹਾ? ਇੱਧਰ ਨੂੰ। ਸੋ ਇੱਧਰ ਜਿਹੜਾ ਮੇਰਾ ਪੋਜੀਸ਼ਨ ਵੈਕਟਰ ਕੀ ਆ? ਆਹ ਦੇਖੋ r ਵੈਕਟਰ ਬਾਈ ਮੈਗਨੀਟਿਊਡ, ਇਹ ਆ, ਠੀਕ ਹੈ। ਸੋ ਇਹ ਆ ਕਿ ਆਪਣੀ ਵੈਕਟਰ ਨੋਟੇਸ਼ਨ। ਔਰ ਜੇ ਇਹ ਵਾਲਾ ਜਿਹੜਾ ਚਾਰਜ ਆ ਇਹ ਇਸ ਤਰਫ ਲਾ ਰਿਹਾ ਫੋਰਸ, ਇਸ ਤਰਫ, ਠੀਕ ਹੈ। ਔਰ ਜਿਹੜਾ Q2 ਆ ਇਸ ਤਰਫ ਫੋਰਸ ਲਾ ਰਿਹਾ। ਸੋ ਇਹਦਾ ਮਤਲਬ ਕੀ ਹੈ? F21 = -F12, ਠੀਕ ਹੈ। ਕਲੀਅਰ ਗੱਲ ਹੋ ਗਈ? ਓਕੇ। ਹੁਣ ਆਪਾਂ ਐਗਜ਼ਾਮਪਲ ਲਈਏ ਕਿ ਜੇ ਮੈਂ ਲੈਟ ਕਰ ਲਵਾਂ ਕਿ Q1 Q2 ਜਿਹੜੇ ਆ ਇਹ 1 ਕੂਲਮ ਆ ਤੇ ਆਰ ਜਿਹੜਾ 1 ਮੀਟਰ ਆ।
ਤੇ ਇਹਨਾਂ ਦੇ ਵਿਚਕਾਰ ਜਿਹੜੀ ਫੋਰਸ ਹੋਵੇਗੀ ਉਹ ਕਿੰਨੀ ਹੋਵੇਗੀ 9 × 10⁻⁹ ਨਿਊਟਨ। ਏਡੀ ਸਾਰੀ ਫੋਰਸ ਜਿਹੜੀ ਆ ਇਹਨਾਂ ਦੇ ਵਿਚਕਾਰ ਜਿਹੜੀ ਆ ਉਹ ਪੈਦਾ ਹੋ ਜਾਵੇਗੀ। ਠੀਕ ਆ, ਸੋ ਇਹ ਸੀ ਕੂਲਮਸ ਲਾਅ। ਕੂਲਮਸ ਲਾਅ ਸਿੰਪਲ ਇਹ ਆ ਕਿ ਦੋ ਚਾਰਜ ਲੈ ਆਪਾਂ Q1 Q2 ਦੋ ਚਾਰਜ ਆ, ਇਹਨਾਂ ਦੇ ਵਿਚਕਾਰ ਫੋਰਸ ਆਫ ਅਟਰੈਕਸ਼ਨ ਜਾਂ ਫੋਰਸ ਆਫ ਰਿਪਲਸ਼ਨ ਕਿੰਨੀ ਆ ਉਹ ਇਹ ਫਾਰਮੂਲਾ ਦਊਗਾ। ਦੇਖੋ ਜੇ ਤਾਂ ਚਾਰਜ ਹੋਵੇ ਸੇਮ ਚਾਰਜ, ਮੰਨ ਲਓ ਇਹ ਵੀ ਪੋਜ਼ਿਟਿਵ ਹੈ ਇਹ ਵੀ ਪੋਜ਼ਿਟਿਵ ਹੈ, ਓਬਵੀਅਸਲੀ ਸੇਮ ਚਾਰਜ ਜਿਹੜੇ ਆ ਰਿਪੈਲ ਕਰਦੇ ਆ ਤੇ ਇਹ ਜਿਹੜੀ ਫੋਰਸ ਹੋਊਗੀ ਠੀਕ ਆ ਇਹ ਰਿਪਲਸ਼ਨ ਫੋਰਸ ਹੋਊਗੀ। ਜੇ ਆ ਪੋਜ਼ਿਟਿਵ ਆ ਨੈਗੇਟਿਵ ਆ ਤੇ ਇਹ ਜਿਹੜੀ ਫੋਰਸ ਹੈ ਇਹ ਕੀ ਹੋਊਗੀ ਅਟਰੈਕਟਿਵ ਫੋਰਸ। ਬਸ ਇਹ ਕੂਲਮਸ ਲਾਅ ਸਿੰਪਲ ਤਰੀਕੇ ਨਾਲ ਇਹ ਕੂਲਮਸ ਲਾਅ। ਠੀਕ ਹੈ, ਉਦੋਂ ਬਾਅਦ ਆਪਾਂ ਆ ਗਏ ਹੁਣ ਕੂਲਮਸ ਲਾਅ ਤੇ ਆਪਾਂ ਕਰ ਲਿਆ ਹੁਣ ਜਿਹੜਾ ਚਾਰਜ ਆ ਉਹਦੀ ਪ੍ਰੋਪਰਟੀਆਂ ਕੀ ਆ। ਚਾਰਜ ਦੀ ਪ੍ਰੋਪਰਟੀ ਕੀ ਹੈ ਕਿ ਜਿਹੜਾ ਚਾਰਜ ਆ Q ਇਜ਼ ਕੰਜ਼ਰਵਡ ਆ। ਕੰਜ਼ਰਵਡ ਦਾ ਮਤਲਬ ਕੀ ਆ ਕਿ ਮੰਨ ਲਓ ਇਹ ਇੱਥੇ ਪਿਆ, ਇਹ ਮੰਨ ਲਓ ਮੇਰਾ ਚਾਰਜ ਹੈ ਠੀਕ ਹੈ, ਹੁਣ ਟਾਈਮ ਇਸ ਟਾਈਮ ਮੇਰੀ ਘੜੀ ਤੇ ਹੋਇਆ ਆ 12 ਵਜੇ ਆ ਠੀਕ ਹੈ। ਜੇ ਮੈਂ ਇਹਨੂੰ 1 ਵਜੇ ਵੀ ਦੇਖੂੰਗਾ ਤਾਂ ਵੀ ਇੱਥੇ ਜਿਹੜਾ ਚਾਰਜ ਆ ਉਹਦੀ ਵੈਲਿਊ ਸੇਮ ਹੀ ਰਹਿਣੀ। ਮੰਨ ਲਓ 1 ਕੂਲਮ ਸੀ 12 ਵਜੇ 1 ਕੂਲਮ ਸੀ, ਹੁਣ ਮੈਂ 2 ਵਜੇ ਦੇਖਿਆ ਵੀ 2 ਵਜੇ ਇੱਥੇ ਚਾਰਜ ਕਿੰਨਾ ਉਹ ਫਿਰ ਵੀ 1 ਕੂਲਮ ਹੀ ਰਹੂਗਾ। ਤਾਂ ਇਹਦਾ ਮਤਲਬ ਕੀ ਹੈ ਇਟ ਡਜ਼ ਨਾਟ ਚੇਂਜ ਵਿਦ ਟਾਈਮ, ਟਾਈਮ ਦੇ ਨਾਲ ਇਹ ਚੇਂਜ ਨਹੀਂ ਹੁੰਦਾ, ਇਹ ਸੇਮ ਰਹਿੰਦਾ। ਠੀਕ ਹੈ, ਦੂਜਾ ਪੁਆਇੰਟ ਦੇਖੋ ਸਿੰਪਲ ਹਾਲ ਹੈ ਕਿ Q ਇਜ਼ ਕੁਆਂਟਾਈਜ਼ਡ ਜਾਂ ਡਿਸਕੰਟੀਨਿਊਸ ਹੈ। ਇਹਦਾ ਮਤਲਬ ਕੀ ਆ ਕਿ ਜਿਹੜਾ ਚਾਰਜ ਆ ਉਹ ਜਾਂ ਤਾਂ ਸਿਰਫ ਕਿੰਨਾ ਹੋਊਗਾ 1 ਕੂਲਮ 2 ਕੂਲਮ 3 ਕੂਲਮ 4 ਕੂਲਮ 5 ਕੂਲਮ ਇੱਦਾਂ ਹੋਊਗਾ, ਇਹਦਾ ਡਿਸਕੰਟੀਨਿਊਸ ਹੋਊਗਾ, ਕੰਟੀਨਿਊਸ ਨਹੀਂ ਹੋਊਗਾ। ਠੀਕ ਆ, ਸੋ ਉਹ ਹੋ ਗਿਆ ਆਪਣਾ ਪ੍ਰੋਪਰਟੀ ਆਫ ਚਾਰਜ। ਦੂਜਾ ਇਹਦੇ ਵਿੱਚ ਜਿਹੜਾ ਕੂਲਮਸ ਲਾਅ ਆ ਆਪਾਂ ਹੁਣ ਪੜ੍ਹਿਆ ਇਹਦੇ ਵਿੱਚ ਨਾ ਥੋੜੀ ਡਿਸਐਡਵਾਂਟੇਜ ਵੀ ਕੀ ਹੈ। ਡਿਸਐਡਵਾਂਟੇਜ ਇਹਦੀ ਕੀ ਆ ਕਿ ਆਪਾਂ ਪੜ੍ਹਿਆ ਕਿ ਦੋ ਚਾਰਜਾਂ ਦੇ ਵਿਚਕਾਰ ਜਿਹੜੀ ਫੋਰਸ ਆ ਉਹ ਆਪਾਂ ਨੂੰ ਕੀ ਦਊਗੀ F, ਜੋ ਦੋ ਚਾਰਜ ਦੇ ਵਿਚਕਾਰ ਜਿਹੜੀ ਫੋਰਸ ਆ ਆਪਾਂ ਨੂੰ ਕੂਲਮਸ ਲਾਅ ਦਿੰਦਾ। ਹੁਣ ਜੇ ਆਪਾਂ ਕੋਈ ਤੀਜਾ ਚਾਰਜ ਇਹਦੇ ਵਿਚਕਾਰ ਰੱਖ ਦਈਏ ਫੇਰ ਕੀ ਹੋਊਗਾ, ਫਿਰ ਕੂਲਮ ਲਾਅ ਉੱਥੇ ਵੈਲਿਡ ਨਹੀਂ ਰਹਿੰਦਾ। ਫਿਰ ਉੱਥੇ ਆਪਾਂ ਲਾਉਂਦੇ ਆ ਸੁਪਰਪੋਜੀਸ਼ਨ ਪ੍ਰਿੰਸੀਪਲ। ਸੁਪਰਪੋਜੀਸ਼ਨ ਪ੍ਰਿੰਸੀਪਲ ਬੇਸਿਕਲੀ ਕਹਿੰਦਾ ਕੀ ਆ, ਕਹਿੰਦਾ ਜੇ ਮੈਂ ਇਹ ਤੀਜਾ ਚਾਰਜ ਇੱਥੇ ਰੱਖਤਾ ਨਾ ਤਾਂ ਇਹ ਚਾਰਜ ਇਹਨਾਂ ਦੋਵਾਂ ਦੀ ਜਿਹੜੀ ਫੋਰਸ ਆ ਉਹਨੂੰ ਇਫੈਕਟ ਨਹੀਂ ਕਰੂਗਾ। ਇਹ ਇੱਕ ਅਪਰੋਕਸੀਮੇਸ਼ਨ ਲਈਦੀ ਆਪਾਂ। ਠੀਕ ਹੈ, ਅਪਰੋਕਸੀਮੇਸ਼ਨ ਲਈਦੀ ਆ ਕਿ ਜਿਹੜਾ ਤੀਜਾ ਚਾਰਜ ਆ ਉਹ ਇਹਨਾਂ ਦੇ ਜਿਹੜਾ ਦੋਵਾਂ ਚਾਰਜਾਂ ਦੇ ਵਿਚਕਾਰ ਜਿਹੜੀ ਫੋਰਸ ਆ ਲੱਗ ਰਹੀ ਆ ਉਹਨੂੰ ਇਹ ਕੀ ਇਫੈਕਟ ਨਹੀਂ ਕਰੂਗਾ। ਠੀਕ ਹੈ, ਆਪਾਂ ਕਲਾਸ ਵਿੱਚ ਹੋਰ ਤਰ੍ਹਾਂ ਵਧੀਆ ਤਰੀਕੇ ਨਾਲ ਪੜਾਂਗੇ। ਬਸ ਇਹ ਤੁਹਾਡੇ ਇੱਕ ਇੰਟਰੋਡਕਸ਼ਨ ਆ, ਸੋ ਡੈਟ ਤੁਸੀਂ ਫੈਮੀਲੀਅਰ ਹੋ ਜਾਓ ਕਿ ਪੜ੍ਹਨਾ ਕੀ ਆ। ਠੀਕ ਆ, ਓਕੇ, ਹੁਣ ਆਪਣੀ ਅੱਗੇ ਆਪਾਂ ਗੱਲ ਕਰਦੇ ਹਾਂ। ਠੀਕ ਹੈ, ਸੋ ਇਹਦੇ ਵਿੱਚ ਇਹ ਹੈ ਕਿ ਆ ਗਈ ਹੈ ਸੋ ਦੇਅਰਫੋਰ ਵੀ ਕੈਨ ਫਾਈਂਡ ਦਾ ਫੋਰਸ ਬਿਟਵੀਨ ਗਲਾਸ ਐਂਡ ਰਬਰ ਰੋਡ। ਦੇਖੋ ਆ ਮੇਰਾ ਰਬਰ ਰੋਡ ਹੈ, ਆ ਗਲਾਸ ਹੈ। ਹੁਣ ਰਬਰ ਰੋਡ ਤੇ ਗਲਾਸ ਹੈ ਇਹਦੇ ਵਿਚਕਾਰ ਫੋਰਸ ਆਫ ਅਟਰੈਕਸ਼ਨ ਜਾਂ ਫੋਰਸ ਆਫ ਰਿਪਲਸ਼ਨ ਆਪਾਂ ਫਾਈਂਡ ਕਰ ਸਕਦੇ ਹਾਂ ਡਿਊ ਟੂ ਬਾਈ ਯੂਜ਼ਿੰਗ ਸੁਪਰਪੋਜੀਸ਼ਨ ਪ੍ਰਿੰਸੀਪਲ। ਕਿਉਂਕਿ ਇੱਥੇ ਦੇਖੋ ਇਹ ਤਾਂ ਇੱਕ ਚਾਰਜ ਨਹੀਂ ਹੈਗਾ, ਇੱਥੇ ਕਿੰਨੇ ਸਾਰੇ ਚਾਰਜ ਰਹਿਣੇ। ਠੀਕ ਹੈ, ਮੰਨ ਲਓ ਰਬੜ ਆ ਇਹਨੂੰ ਜਦੋਂ ਮੈਂ ਏਦਾਂ ਰਗੜਨਾ ਠੀਕ ਹੈ, ਗਲਾਸ ਆ ਗਲਾਸ ਦੇ ਉੱਪਰ ਵੀ ਮੰਨ ਲਓ ਕੋਈ ਕੱਪੜਾ ਫੇਰਿਆ ਇਹ ਚਾਰਜ ਹੋ ਜਾਂਦੇ ਹੁੰਦੇ। ਸੋ ਇਹਨਾਂ ਵਿਚਕਾਰ ਜਿਹੜੀ ਫੋਰਸ ਆ ਉਹ ਬਾਈ ਯੂਜ਼ਿੰਗ ਸੁਪਰਪੋਜੀਸ਼ਨ ਫਾਈਂਡ ਹੋਣੀ ਆ। ਠੀਕ ਹੈ, ਇੱਕ ਐਗਜ਼ਾਮਪਲ ਹੈ ਇਹ ਹੈ ਕਿ ਜਦੋਂ ਮੰਨ ਲਓ ਕੰਘਾ ਆ ਨਾ, ਜਿੱਦਾਂ ਮੈਂ ਤੁਹਾਨੂੰ ਐਗਜ਼ਾਮਪਲ ਲੈ ਕੇ ਦੱਸੀ ਕਿ ਆਹ ਮੇਰਾ ਕੀ ਆ, ਆਹ ਮੇਰਾ ਇਹ ਕੀ ਹੈ ਪੇਪਰ ਆ ਨਾ ਇਹ। ਹੁਣ ਇਹ ਜਦੋਂ ਪੇਪਰ ਤੁਹਾਨੂੰ ਮੈਂ ਪਹਿਲਾਂ ਹੀ ਸਟਾਰਟਿੰਗ ਵਿੱਚ ਦਿਖਾਇਆ ਕਿ ਇਹ ਇਸ ਤਰ੍ਹਾਂ ਨਿਊਟਰਲ ਸੀਗਾ ਪੇਪਰ, ਜਿਹੜਾ ਪੇਪਰ ਇਹ ਨਿਊਟਰਲ ਸੀ। ਨਿਊਟਰਲ ਦਾ ਮਤਲਬ ਇੱਥੇ ਕੋਈ ਚਾਰਜ ਨਹੀਂ ਸੀਗਾ। ਠੀਕ ਹੈ, ਹੁਣ ਜਦੋਂ ਮੈਂ ਜਿਹੜਾ ਪੈਨ ਸੀ ਆ ਜਿਹੜਾ ਮੇਰਾ ਪੈਨ ਹੈ ਜਦੋਂ ਮੈਂ ਇਹਦੇ ਕੋਲ ਲੈ ਕੇ ਗਿਆ ਸੀਗਾ ਫਿਰ ਕੀ ਹੋਇਆ ਕਿ ਜਿਹੜਾ ਪੈਨ ਸੀ ਮੇਰਾ ਚਾਰਜ ਸੀਗਾ, ਮੰਨ ਲਓ ਪੋਜ਼ਿਟਿਵ ਤੇ ਨੈਗੇਟਿਵ ਚਾਰਜ ਸੀਗੇ, ਪਰ ਉਹ ਪੋਜ਼ਿਟਿਵ ਚਾਰਜ ਉਹਦੇ ਵਿੱਚ ਜ਼ਿਆਦਾ ਸੀ ਤੇ ਉਹਨੇ ਕੀਤਾ ਕੀ ਉਹਨੇ ਕਿ ਜਿਹੜੇ ਇਹਦੇ ਨੈਗੇਟਿਵ ਚਾਰਜ ਆ ਉਹ ਆਪਸ ਵਿੱਚ ਕੀ ਅਟਰੈਕਟ ਕਰਨ ਲੱਗ ਪਿਆ। ਠੀਕ ਹੈ, ਅਟਰੈਕਟ ਕਰਨ ਦੇ ਨਾਲ ਦੇਖੋ ਫਿਰ ਜਿਹੜੇ ਤੇ ਚਾਰਜ ਹੈ ਨਾ ਉਹ ਬ੍ਰੇਕ ਹੋ ਗਿਆ, ਨੈਗੇਟਿਵ ਚਾਰਜ ਉੱਪਰ ਨੂੰ ਚਲੇ ਗਿਆ ਪੈਨਲ ਨੂੰ ਤੇ ਜਿਹੜੇ ਪੋਜ਼ਿਟਿਵ ਚਾਰਜ ਆ ਉਹ ਥੱਲੇ ਨੂੰ ਆ ਗਿਆ। ਠੀਕ ਹੈ, ਇਹਦੇ ਨਾਲ ਹੋਇਆ ਕਿ ਇਹਦੇ ਨਾਲ ਜਿਹੜੀ ਫਿਰ ਪੈਨ ਆ ਉਹ ਇਹਦੇ ਨਾਲ ਕਾਗਜ਼ ਦੇ ਨਾਲ ਕੀ ਆ ਚੁੰਬੜ ਗਿਆ। ਠੀਕ ਹੈ, ਔਰ ਜਿਹੜਾ ਆਪਣਾ ਪੇਪਰ ਆ ਪੇਪਰ ਦੇ ਵਿੱਚ ਪੋਜ਼ਿਟਿਵ ਵੱਖਰੇ ਹੋ ਗਏ ਨੈਗੇਟਿਵ ਵੱਖਰੇ ਹੋ ਗਏ, ਇਹਨੂੰ ਆਪਾਂ ਕਹਿੰਦੇ ਆ ਪੋਲਰਾਈਜੇਸ਼ਨ। ਇਸ ਚੀਜ਼ ਨੂੰ ਆਪਾਂ ਕਹਿੰਦੇ ਆ ਪੋਲਰਾਈਜੇਸ਼ਨ। ਠੀਕ ਹੈ, ਆਪਾਂ ਇੱਕ ਹੋਰ ਐਗਜ਼ਾਮਪਲ ਲਈਏ। ਹੋਰ ਐਗਜ਼ਾਮਪਲ ਦੇਖੋ ਆਹ ਵਾਲੀ ਐਗਜ਼ਾਮਪਲ ਆ ਕਿ ਆਹ ਮੇਰੀ ਨਾ ਇੱਕ ਬੋਲ ਆ। ਠੀਕ ਹੈ, ਇਹਦੇ ਵਿੱਚ ਪੋਜ਼ਿਟਿਵ ਤੇ ਨੈਗੇਟਿਵ ਚਾਰਜ ਦੋਨੋਂ ਪਏ ਆ। ਆਹ ਇੱਕ ਨਾ ਰੋਡ ਲਈ ਮੈਂ ਰੋਡ ਉੱਤੇ ਹੈਗਾ ਇਕੱਲਾ ਪੋਜ਼ਿਟਿਵ ਚਾਰਜ। ਠੀਕ ਹੈ, ਪੋਜ਼ਿਟਿਵ ਚਾਰਜ ਲਈ ਹੁਣ ਜਦੋਂ ਇਹਨੂੰ ਮੈਂ ਰੋਡ ਨੂੰ ਇਹਦੇ ਕੋਲ ਲੈ ਕੇ ਗਿਆ ਪਹਿਲਾਂ ਤਾਂ ਇਹਨੂੰ ਕੀ ਕਰਦਾ ਸੀ, ਦੋਨੇ ਆਪਸ ਵਿੱਚ ਖਿੱਚ ਰਿਹਾ ਸੀ ਇੱਕ ਦੂਜੇ ਨੂੰ ਆਪਸ ਵਿੱਚੋਂ। ਠੀਕ ਹੈ, ਖਿੱਚ ਰਹੇ ਸੀ ਮਤਲਬ ਕੀ ਆ ਹੁਣ ਐਗਜ਼ਾਮਪਲ ਦੇ ਤੌਰ ਤੇ ਜੇ ਆਪਾਂ ਗੱਲ ਕਰੀਏ ਮੰਨ ਲਓ ਆਹ ਮੇਰੀ ਹੈਗੀ ਆ ਬੋਲ। ਠੀਕ ਹੈ,
ਜਿਹੜੀ ਕੀ ਹੈ ਇਸ ਟਾਈਮ ਨਿਊਟਰਲ ਪਈ ਆ, ਠੀਕ ਹੈ। ਤੇ ਆ ਮੇਰੀ ਹੈਗੀ ਆ ਰੋਡ, ਆਹ ਰੋਡ ਹੈ। ਹੁਣ ਜਦੋਂ ਮੈਂ ਇਹਨੂੰ ਨਾ ਕੋਲ ਲੈ ਕੇ ਗਿਆ, ਇਹਦੇ ਬੇਸਿਕਲੀ ਜਦੋਂ ਮੈਂ ਇਹਨੂੰ ਕੋਲ ਲੈ ਕੇ ਗਿਆ, ਹੋਇਆ ਕੀ ਕਿ ਆਹ ਜਿਹੜੀ ਆ ਪੋਜ਼ਿਟਿਵ ਚਾਰਜ ਸੀਗਾ, ਪੋਜ਼ਿਟਿਵ ਚਾਰਜ ਨੇ ਕੀ ਕੀਤਾ ਕਿ ਐਚੋਂ ਕੁਛ ਨਾ ਨੈਗੇਟਿਵ ਚਾਰਜ ਲੈ ਲਿਆ, ਠੀਕ ਹੈ। ਤੇ ਉਹ ਨਿਊਟਰਲ ਹੋ ਗਿਆ। ਨਿਊਟਰਲ ਹੋਣ ਦੇ ਨਾਲ ਇੱਥੇ ਪੋਜ਼ਿਟਿਵ ਚਾਰਜ ਹੈਗਾ, ਇੱਥੇ ਪੋਜ਼ਿਟਿਵ ਚਾਰਜ ਹੈਗਾ, ਉਹ ਪੋਜ਼ਿਟਿਵ ਕੀ ਕਰਨ ਲੱਗ ਪਿਆ ਆਪਸ ਵਿੱਚ, ਬਾਅਦ ਚੋਂ ਕੀ ਕਰਨ ਲੱਗ ਪਿਆ, ਰਿਪੈਲ ਕਰਨ ਲੱਗ ਪਿਆ, ਠੀਕ ਹੈ। ਸੋ ਦੇਖੋ when we touch the rod with ball, ਠੀਕ ਹੈ, then due to repulsion of negative charge ਦੀ repulsion ਦੇ ਕਰਕੇ in the rod, same will move to the ball which make both ball and rod positive charge bodies, they start repel each other। ਪਹਿਲਾਂ ਕੀ ਅਟਰੈਕਟ ਕਰਦੇ ਸੀਗੇ, ਜਦੋਂ ਇਹਨੂੰ ਮੈਂ ਇਹਦੇ ਕੋਲ ਲਾਤਾ, ਫਿਰ ਜਿਹੜੇ ਨੈਗੇਟਿਵ ਚਾਰਜ ਤੇ ਪੋਜ਼ਿਟਿਵ ਚਾਰਜ ਆ, ਇਹਦੇ ਵਿੱਚ ਪੋਜ਼ਿਟਿਵ ਚਾਰਜ ਉਸ ਵੇਲੇ ਜ਼ਿਆਦਾ ਸੀ। ਮੰਨ ਲਓ ਇਹਦੇ ਵਿੱਚ ਪੋਜ਼ਿਟਿਵ ਚਾਰਜ 20 ਸੀ, ਇਹਦੇ ਵਿੱਚ ਪੋਜ਼ਿਟਿਵ ਚਾਰਜ 10 ਸੀ, ਤੇ 10 ਇਹਦੇ ਵਿੱਚ ਨੈਗੇਟਿਵ ਚਾਰਜ ਸੀ, ਠੀਕ ਹੈ। ਹੁਣ ਜਿਹੜੇ ਨੈਗੇਟਿਵ ਚਾਰਜ 10 ਆ, ਉਹ ਪੋਜ਼ਿਟਿਵ ਚਾਰਜ 10 ਨਾਲ ਕੀ ਹੋ ਗਏ, ਘੁਲ ਕੇ ਨਿਊਟਰਲ ਹੋ ਗਏ। ਐਚ ਫਿਰ 10 ਪੋਜ਼ਿਟਿਵ ਚਾਰਜ ਬਚੇ, ਐਚ 10 ਪੋਜ਼ਿਟਿਵ ਚਾਰਜ ਬਚੇ, ਤੇ ਉਹ ਕੀ ਕਰਨ ਲੱਗ ਪਏ, ਆਪਸ ਵਿੱਚ ਕੀ ਕਰਨ ਲੱਗ ਪਏ, ਰਿਪੈਲ ਕਰਨ ਲੱਗ ਪਏ, ਠੀਕ ਹੈ। ਹੁਣ ਇਹ 'ਚੋਂ ਕੋਈ ਚੀਜ਼ ਨਾ ਸਮਝ ਲੱਗੀ ਹੋਵੇ ਤਾਂ ਤੁਸੀਂ ਪੁੱਛ ਸਕਦੇ ਹੋ।